10ਵਾਂ 11ਵਾਂ ਸਾਲ ਆ ਹੁਣ ਇਹਦੇ ਵਿੱਚ ਤੇ ਮੈਨੂੰ ਖੁਸ਼ੀ ਆ ਕਿ ਬਣਾਉਂਦੇ ਬਣਾਉਂਦੇ ਕੁਝ ਬਣ ਗਿਆ। ਠੀਕ ਆ ਕਿ ਫਾਈਨਲੀ ਜਿਹੜਾ ਵਾ ਜਿੱਥੇ ਮੈਂ ਪਹੁੰਚਣਾ ਚਾਹੁੰਦੀ ਸੀ ਉੱਥੇ ਜਿਹੜਾ ਅਸੀਂ ਪਹੁੰਚ ਗਏ। ਸੋ ਔਕੜਾਂ ਜਿਹੜੀਆਂ ਉਹ ਬਹੁਤ ਨੇ, ਪਰ ਉਹੀ ਕਿ ਇੱਕ ਆਰਗੈਨਿਕ ਸਫ਼ਰ ਜੇ ਤੁਸੀਂ ਸੋਚੋ ਕਿ ਹੌਲੀ ਹੌਲੀ ਆਪਾਂ ਅੱਗੇ ਵੱਧ ਕੇ ਕਿਤੇ ਪਹੁੰਚਣਾ ਹੈ ਤੇ ਸੋ ਇਟ ਇਜ਼ ਈਜ਼ੀ। ਭਾਵੇਂ ਮੇਰੀ 130 ਦੀ ਟੀਮ ਆ, ਪਰ ਪਹਿਲੇ ਦਿਨ ਮੇਰੇ ਕੋਲ ਬਹੁਤ ਇੱਕ 1500 ਰੁਪਏ ਰੈਂਟ ਤੇ ਮੇਰੇ ਕੋਲ ਸ਼ਾਪ ਸੀ ਤੇ ਬੜੀ ਇੱਕ ਛੋਟੀ ਜੀ ਟੀਮ ਤੋਂ ਮੈਂ ਜਿਹੜਾ ਉਹ ਸਟਾਰਟ ਕੀਤਾ। ਸੋ ਆਪਾਂ ਜਿਹੜੀ ਛੋਟੀ ਸ਼ੁਰੂਆਤ ਕਰਨੀ ਨਾ ਉਹਦੇ ਤੋਂ ਬੁਰਾ ਨਾ ਮਨਾਈਏ ਤੇ ਆਪਣਾ ਜਿਹੜਾ ਕੋਈ ਵੀ ਬਿਜ਼ਨਸ ਆਈਡੀਆ, ਭਾਵੇਂ ਉਹ ਬੁਟੀਕ ਆ, ਭਾਵੇਂ ਉਹ IT ਕੰਪਨੀ ਆ, ਕੋਈ ਵੀ ਬਿਜ਼ਨਸ ਆ, ਉਹਨੂੰ ਆਪਾਂ ਛੋਟੇ ਤੋਂ ਸ਼ੁਰੂ ਕਰੀਏ। ਹਾਂ, ਮੈਨੂੰ ਆਪਣੀ ਟੀਮ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਮੇਰੀ ਟੀਮ 'ਚ ਕੁਝ ਅਜਿਹੇ ਲੋਕ ਨੇ ਜਿਨ੍ਹਾਂ ਨੇ ਮੇਰਾ ਕਦੀ ਸਾਥ ਨਹੀਂ ਛੱਡਿਆ, ਔਖੇ ਤੋਂ ਔਖੇ ਸਮੇਂ ਦੇ ਵਿੱਚ ਵੀ ਤੇ ਵਧੀਆ ਤੋਂ ਵਧੀਆ ਸਮੇਂ ਦੇ ਵਿੱਚ ਵੀ ਉਹ ਮੇਰੇ ਨਾਲ ਰਹੇ ਨੇ। ਮੇਰੇ ਪੇਰੈਂਟਸ ਮੇਰੇ ਜਿਹੜੇ ਉਹ ਨਾਲ ਰਹੇ ਨੇ। ਮੇਰੇ ਕੋਲ ਏਅਰਟੈਲ ਵਾਸ ਦ ਫਰਸਟ ਕੰਪਨੀ। ਏਅਰਟੈਲ ਪਹਿਲੀ ਕੰਪਨੀ ਸੀ ਜਿਹੜੀ ਮੇਰੇ ਪਿੰਡ ਵਿੱਚ ਲੀਜ਼ ਲਾਈਨ ਲੈ ਕੇ ਆਈ। ਸੋ ਜਦੋਂ ਮੈਂ ਪਹਿਲੀ ਵਾਰੀ ਇੱਥੇ ਲੀਜ਼ ਲਾਈਨ ਲਵਾਉਣੀ ਸੀ ਤੇ ਕੋਈ ਕੰਪਨੀ ਸੀਰੀਅਸਲੀ ਲੈ ਹੀ ਨਹੀਂ ਰਹੀ ਸੀ। ਠੀਕ ਹੈ, 2 Mbps ਅਸੀਂ ਸਪੀਡ ਲਵਾਈ ਸੀ ਪਹਿਲੀ ਵਾਰ ਤੇ ਅੱਜ 100 ਆ ਸਾਡੇ ਕੋਲ। ਇੱਥੇ ਕੰਪਨੀ ਦਾ ਕਲਚਰ ਬਹੁਤ ਡਿਫਰੈਂਟ ਆ। ਅਸੀਂ ਇੱਥੇ ਆਲਮੋਸਟ 8 ਤੋਂ 10 ਕਲੱਬਸ ਬਣਾਏ ਹੋਏ ਨੇ। ਇੱਥੇ ਐਂਟਰਟੇਨਮੈਂਟ ਕਲੱਬ ਆ ਸਾਡਾ, ਲਿਟਰੇਰੀ ਕਲੱਬ ਆ, ਸਪੋਰਟਸ ਕਲੱਬ ਆ, ਟੂਰਸ ਐਂਡ ਟ੍ਰਿਪਸ ਕਲੱਬ ਆ ਕਿ ਸਾਡੇ ਬੱਚੇ ਜਿਹੜੇ ਆ ਉਹ ਸਾਰੇ ਮਹੀਨੇ ਕੋਈ ਨਾ ਕੋਈ ਐਕਟੀਵਿਟੀਜ਼ ਜਿਹੜੀਆਂ ਕਰਦੇ ਰਹਿੰਦੇ ਨੇ। ਦੇਸ਼ ਭਰ ਦੇ ਵਿੱਚ ਜਿੱਥੇ ਅੱਜ ਮਹਿਲਾ ਦਿਵਸ ਮੌਕੇ ਜੋ ਹੈ ਵੱਖ-ਵੱਖ ਸੂਬਿਆਂ ਦੀ ਗੱਲ ਕਰ ਲਈਏ, ਵੱਖ-ਵੱਖ ਖੇਤਰਾਂ ਦੀ ਗੱਲ ਕਰ ਲਈਏ ਤਾਂ ਮਹਿਲਾ ਵੱਲੋਂ ਜਿਹੜਾ ਵੱਖ-ਵੱਖ ਤਰੀਕੇ ਨਾਲ ਆਪਣੇ ਕੰਮਾਂ ਦੇ ਵਿੱਚ ਜਿਹੜੀਆਂ ਮੱਲਾਂ ਮਾਰੀਆਂ ਗਈਆਂ। ਪਰ ਉੱਥੇ ਜੇ ਆਪਾਂ ਗੱਲ ਕਰੀਏ ਅੰਮ੍ਰਿਤਸਰ ਦੀ, ਤਾਂ ਅੰਮ੍ਰਿਤਸਰ ਦੇ ਨਾਲ ਲੱਗਦੇ ਟਾਂਗਰਾ ਪਿੰਡ ਦੇ ਵਿੱਚ ਜਿਹੜਾ ਮਨਦੀਪ ਕੌਰ ਟਾਂਗਰਾ ਹੋਣਾ ਦੀ ਗੱਲ ਅਕਸਰ ਛਿੜਦੀ ਆ ਤੇ ਇਹਨਾਂ ਵੱਲੋਂ ਜਿਹੜਾ ਇੱਕ ਆਪਣੇ ਪਿੰਡ ਦੇ ਵਿੱਚ ਇੱਕ IT ਕੰਪਨੀ ਆਪਣੀ ਇੱਕ ਖੋਲੀ ਗਈ ਆ, ਸਥਾਪਿਤ ਕੀਤੀ ਗਈ ਆ। ਕਿਵੇਂ ਦਾ ਸਫ਼ਰ ਰਿਹਾ, ਕਿੰਨਾ ਸਮਾਂ ਲੱਗਾ? ਸਾਡੇ ਨਾਲ ਮੌਜੂਦ ਨੇ ਮਨਦੀਪ ਕੌਰ ਟਾਂਗਰਾ ਜੀ, ਆਪਾਂ ਗੱਲ ਕਰਾਂਗੇ। ਪਹਿਲਾਂ ਤਾਂ ਮਨਦੀਪ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਜਿਹੜਾ ਮਹਿਲਾ ਦਿਵਸ ਦੀ। ਥੈਂਕ ਯੂ ਜੀ, ਸ਼ੁਕਰੀਆ। ਕਿਵੇਂ ਵੇਖਦੇ ਹੋ, ਕਿੰਨਾ ਸਮਾਂ ਲੱਗਾ ਹੁਣ ਤੱਕ ਦਾ ਜੋ ਇਹ ਸਫ਼ਰ ਸੀਗਾ, ਕਿੰਨਾ ਕੁ ਔਖਾ ਸੀਗਾ? ਸਮਾਂ ਆਲਮੋਸਟ ਮੇਰਾ 10ਵਾਂ 11ਵਾਂ ਸਾਲ ਆ ਹੁਣ ਇਹਦੇ ਵਿੱਚ ਤੇ ਮੈਨੂੰ ਖੁਸ਼ੀ ਆ ਕਿ ਬਣਾਉਂਦੇ ਬਣਾਉਂਦੇ ਕੁਝ ਬਣ ਗਿਆ। ਠੀਕ ਆ ਕਿ ਫਾਈਨਲੀ ਜਿਹੜਾ ਵਾ ਜਿੱਥੇ ਮੈਂ ਪਹੁੰਚਣਾ ਚਾਹੁੰਦੀ ਸੀ ਉੱਥੇ ਜਿਹੜਾ ਅਸੀਂ ਪਹੁੰਚ ਗਏ। ਸੋ ਔਕੜਾਂ ਜਿਹੜੀਆਂ ਉਹ ਬਹੁਤ ਨੇ, ਪਰ ਉਹੀ ਕਿ ਇੱਕ ਆਰਗੈਨਿਕ ਸਫ਼ਰ ਜੇ ਤੁਸੀਂ ਸੋਚੋ ਕਿ ਹੌਲੀ ਹੌਲੀ ਆਪਾਂ ਅੱਗੇ ਵੱਧ ਕੇ ਕਿਤੇ ਪਹੁੰਚਣਾ ਹੈ ਤੇ ਸੋ ਇਟ ਇਜ਼ ਈਜ਼ੀ। ਪਰ ਜਦੋਂ ਅਸੀਂ ਸੋਚਦੇ ਹਾਂ ਕਿ ਨਹੀਂ ਫਟਾਫਟ ਅਸੀਂ ਕੈਨੇਡਾ ਜਾ ਕੇ 2 ਸਾਲ 'ਚ ਕੋਠੀ ਬਣਾ ਲੈਣੀ ਤੇ ਕਾਰਾਂ ਲੈ ਲੈਣੀਆਂ ਤੇ ਫਿਰ ਕਿੰਨੀਆਂ ਬੋਝ ਸਾਡੇ ਤੇ ਜਿਹੜਾ ਪੈ ਜਾਂਦਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਨਾਰਮਲ ਬਿਜ਼ਨਸ ਕੋਈ ਖੋਲ੍ਹਣਾ ਚਾਹੁੰਦੇ ਹਾਂ ਤੇ ਅਸੀਂ ਜਿਹੜੀ ਛੋਟੀ ਸ਼ੁਰੂਆਤ ਨਹੀਂ ਕਰਨਾ ਚਾਹੁੰਦੇ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਭਾਵੇਂ ਮੇਰੀ 130 ਦੀ ਟੀਮ ਆ, ਪਰ ਪਹਿਲੇ ਦਿਨ ਮੇਰੇ ਕੋਲ ਬਹੁਤ ਇੱਕ 1500 ਰੁਪਏ ਰੈਂਟ ਤੇ ਮੇਰੇ ਕੋਲ ਸ਼ਾਪ ਸੀ ਤੇ ਬੜੀ ਇੱਕ ਛੋਟੀ ਜੀ ਟੀਮ ਤੋਂ ਮੈਂ ਜਿਹੜਾ ਉਹ ਸਟਾਰਟ ਕੀਤਾ। ਸੋ ਆਪਾਂ ਜਿਹੜੀ ਛੋਟੀ ਸ਼ੁਰੂਆਤ ਕਰਨੀ ਨਾ ਉਹਦੇ ਤੋਂ ਬੁਰਾ ਨਾ ਮਨਾਈਏ ਤੇ ਆਪਣਾ ਜਿਹੜਾ ਕੋਈ ਵੀ ਬਿਜ਼ਨਸ ਆਈਡੀਆ, ਭਾਵੇਂ ਉਹ ਬੁਟੀਕ ਆ, ਭਾਵੇਂ ਉਹ IT ਕੰਪਨੀ ਆ, ਕੋਈ ਵੀ ਬਿਜ਼ਨਸ ਆ, ਉਹਨੂੰ ਆਪਾਂ ਛੋਟੇ ਤੋਂ ਸ਼ੁਰੂ ਕਰੀਏ। ਪਰ ਤੁਹਾਡੇ ਵੱਲੋਂ ਜਿਹੜਾ ਬਾਹਰੋਂ ਪਰਤ ਕੇ ਇੱਥੇ ਆ ਕੇ ਫਿਰ ਆਪਣੀ ਇਹ ਕੰਪਨੀ ਜਿਹੜੀ ਆ ਖੋਲੀ ਗਈ ਆ ਇੰਨਾ ਮਤਲਬ ਵੱਡੇ ਪੱਧਰ ਦੇ ਉੱਤੇ, ਜੇ ਆਪਾਂ ਗੱਲ ਕਰੀਏ ਕਿ PM CM ਲੈਵਲ ਤੱਕ ਜੋ ਹੈ ਤੁਹਾਡਾ ਨਾਮ, ਜੇ ਉੱਥੇ ਵੀ ਜ਼ਿਕਰ ਜਿਹੜਾ ਤੁਹਾਡੇ ਨਾਮ ਦਾ ਹੁੰਦਾ, ਕਿਵੇਂ ਵੇਖਦੇ ਹੋ ਉਹ ਸਫ਼ਰ ਜੋ ਆ ਘਰ ਤੋਂ, ਇੱਕ ਆਪਣੇ ਘਰ ਤੋਂ ਚੱਲ ਕੇ ਛੋਟੇ ਜਿਹੇ ਪਿੰਡ ਟਾਂਗਰੇ ਤੋਂ ਚੱਲ ਕੇ ਤੇ ਏਡੇ ਵੱਡੇ ਪੱਧਰ ਤੱਕ ਪਹੁੰਚਣਾ, ਕਿੰਨਾ ਕੁ ਮਾਣ ਮਹਿਸੂਸ ਹੁੰਦਾ? ਹਾਂ, ਮੈਨੂੰ ਆਪਣੀ ਟੀਮ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਮੇਰੀ ਟੀਮ 'ਚ ਕੁਝ ਅਜਿਹੇ ਲੋਕ ਨੇ ਜਿਨ੍ਹਾਂ ਨੇ ਮੇਰਾ ਕਦੀ ਸਾਥ ਨਹੀਂ ਛੱਡਿਆ, ਔਖੇ ਤੋਂ ਔਖੇ ਸਮੇਂ ਦੇ ਵਿੱਚ ਵੀ ਤੇ ਵਧੀਆ ਤੋਂ ਵਧੀਆ ਸਮੇਂ ਦੇ ਵਿੱਚ ਵੀ ਉਹ ਮੇਰੇ ਨਾਲ ਰਹੇ ਨੇ। ਮੇਰੇ ਪੇਰੈਂਟਸ ਮੇਰੇ ਜਿਹੜੇ ਉਹ ਨਾਲ ਰਹੇ ਨੇ। ਮੈਨੂੰ ਇੱਕ ਗੱਲ ਦੀ ਸਮਝ ਆ ਗਈ ਆ ਕਿ ਤੁਹਾਨੂੰ ਰੈਕੋਗਨੀਸ਼ਨ ਲਈ, ਤੁਹਾਨੂੰ ਕੋਈ ਰੈਕੋਗਨਾਈਜ਼ ਕਰੇ, ਐਪਰੀਸ਼ੀਏਟ ਕਰੇ, ਤੁਹਾਨੂੰ ਕੋਈ ਅਵਾਰਡ ਦੇਵੇ, ਉਹਦੀ ਵੀ ਕਦੀ ਵੀ ਉਡੀਕ ਨਾ ਕਰੋ, ਕਦੀ ਆਸ ਨਾ ਰੱਖੋ। ਤੁਸੀਂ ਕੰਮ ਹੀ ਇੰਨਾ ਅੱਛਾ ਕਰੋ ਕਿ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਅਸੀਂ ਕੰਮ ਕਰੀ ਜਾ ਰਹੇ ਹਾਂ, ਕੰਸਿਸਟੈਂਸੀ ਬਣਾ ਕੇ ਰੱਖੀ ਆ ਤੇ ਤੁਸੀਂ ਦੇਖੋ ਕਿ ਪ੍ਰਧਾਨ ਮੰਤਰੀ ਦਾ ਇਨਵਾਈਟ ਵੀ ਆਪੇ ਟੇਬਲ ਤੇ ਆ ਜਾਂਦਾ। ਸੋ ਤੁਹਾਨੂੰ ਕੋਈ ਜ਼ਰੂਰਤ ਨਹੀਂ ਆ ਕਿ ਆਪਾਂ ਲੋਕਾਂ ਨਾਲ ਰਿਲੇਸ਼ਨ ਬਣਾਵਾਂਗੇ, ਉਹਨਾਂ ਨੂੰ ਮਿਲਾਂਗੇ, ਉਹਨਾਂ ਨੂੰ ਦੱਸਾਂਗੇ ਤੇ ਫਿਰ ਹੀ ਅਸੀਂ ਜਿਹੜਾ ਕਿਤੇ ਪਹੁੰਚ ਸਕਦੇ ਹਾਂ। ਜੇ ਅਸੀਂ ਆਪਣੀ ਜਗ੍ਹਾ ਤੇ ਹੀ ਬਹੁਤ ਬਿਹਤਰ ਕੰਮ ਕਰਾਂਗੇ, ਮਿਹਨਤ ਕਰਾਂਗੇ ਤੇ ਲੋਕ ਜਿਹੜੇ ਆ, ਅੱਛੇ ਲੋਕ ਆਪੇ ਤੁਹਾਨੂੰ ਜਿਹੜੇ ਆ ਰੈਫਰ ਕਰਦੇ ਰਹਿਣਗੇ, ਤੁਹਾਨੂੰ ਕੰਮ ਵੀ ਮਿਲੇਗਾ ਤੇ ਤੁਹਾਨੂੰ ਵੱਡੀਆਂ ਵੱਡੀਆਂ ਸਟੇਜਾਂ ਤੇ ਜਿਹੜਾ ਬੁਲਾਇਆ ਵੀ ਜਾਏਗਾ। ਮੈਨੂੰ ਬਹੁਤ ਖੁਸ਼ੀ ਹੁੰਦੀ ਕਿ ਅੱਜ ਭਾਰਤ ਦੇ
ਬੈਸਟ ਆਫ ਦਾ ਬੈਸਟ ਇੰਸਟੀਚਿਊਟ IIMs ਹੋ ਗਏ, IITs ਹੋ ਗਏ, TEDx ਵਰਗੀਆਂ ਸਟੇजेस ਹੋ ਗਈਆਂ, ਪ੍ਰਾਈਮ ਮਿਨਿਸਟਰ ਵਰਗੇ ਲੋਕ ਹੋ ਗਏ, ਕਿ ਮੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਇੱਕ ਬੰਦਾ ਸੋਚਦਾ ਕਿ ਇੱਥੋਂ ਤੱਕ ਮੈਂ ਉਪਲਬਧੀ ਪਾਣੀ ਆ ਸਿਵਾਏ ਇੱਕ ਪੈਸੇ ਤੋਂ, ਠੀਕ ਆ, ਮੈਨੂੰ ਲੱਗਦਾ ਕਿ ਸਾਰਾ ਕੁਝ ਹੀ ਮੈਂ ਜਿਹੜਾ ਵਾ ਉਹ ਪਾ ਲਿਆ ਹੈ, ਤੇ ਉਹਦੇ ਸਾਹਮਣੇ ਜਿਹੜਾ ਵਾ ਉਹ ਦੁਨਿਆਵੀ ਚੀਜ਼ਾਂ ਜਿਹੜੀਆਂ ਵਾ ਉਹ ਮਾਇਨੇ ਨਹੀਂ ਰੱਖਦੀਆਂ। ਨਿੱਜੀ ਤੌਰ ਤੇ ਤੁਹਾਡੇ ਕੋਲ ਇੱਕ ਸਵਾਲ ਲੈਣਾ ਚਾਹਾਂਗੇ ਕਿ ਅੱਜ ਵੀ ਜਿਹੜਾ ਤੁਸੀਂ ਆਪਣੇ ਉਹੀ ਪੁਰਾਣੇ ਘਰ ਦੇ ਵਿੱਚ ਰਹਿੰਦੇ ਹੋ ਆਪਣੇ ਮਾਤਾ ਪਿਤਾ ਦੇ ਨਾਲ, ਕਿਵੇਂ ਲੱਗਦਾ, ਕਿਵੇਂ ਦਾ ਫੀਲ ਹੁੰਦਾ ਐਡਾ ਵਧੀਆ ਐਮਪਾਇਰ ਖੜਾ ਕਰਕੇ ਵੀ? ਕਿਉਂਕਿ ਜੇ ਗੱਲ ਕਰੀਏ ਕਿ ਸਾਰਾ ਜੇ ਆਪਾਂ ਕਹਿ ਸਕਦੇ ਕਿ ਆਪਣੀ ਜਮਾ ਪੂੰਜੀ ਇਸੇ ਤੇ ਹੀ ਲਗਾ ਦਿੱਤੀ, ਘਰ ਦੇ ਉੱਤੇ ਨਹੀਂ ਲਗਾਈ। ਹਾਂਜੀ, ਇਹ ਸੱਚ ਆ ਬਿਲਕੁਲ, ਕਿ ਮੇਰੇ ਪੇਰੈਂਟਸ ਦਾ ਵੀ ਬੜਾ ਸੁਪਨਾ ਸੀ ਅੱਛੇ ਘਰ ਦਾ, ਠੀਕ ਹੈ, ਤੇ ਮੈਨੂੰ ਹੁਣ 10-11 ਸਾਲ ਬਾਅਦ ਅਹਿਸਾਸ ਹੁੰਦਾ ਹੈ ਕਿ ਇਹ ਵੀ ਕੰਮ ਮੈਂ ਨਾਲ ਕਰਦੀ ਤੇ ਸ਼ਾਇਦ ਹੋਰ ਖੂਬਸੂਰਤ ਚੀਜ਼ ਜਿਹੜੀ ਉਹ ਬਣਦੀ, ਠੀਕ ਹੈ। ਸੋ ਅਗਲੇ ਆਉਣ ਵਾਲੇ 5 ਸਾਲਾਂ ਦੇ ਵਿੱਚ ਕੋਸ਼ਿਸ਼ ਰਹੇਗੀ ਕਿ ਜੋ ਉਹਨਾਂ ਦੇ ਮਨ ਦੇ ਖਿਆਲ ਸੀ, ਤੇ ਜਾਂ ਫਿਰ ਉਹਨਾਂ ਇੱਕ ਉਸੇ ਕਮਰੇ 'ਚ ਰਹਿਣਾ ਜਦੋਂ ਅਸੀਂ 2nd ਕਲਾਸ 'ਚ ਪੜ੍ਹਦੇ ਆ, ਤੇ ਉਸੇ ਕਮਰੇ 'ਚ ਰਹਿਣਾ ਜਦੋਂ ਅਸੀਂ ਐਡਾ ਵੱਡਾ ਐਮਪਾਇਰ ਖੜਾ ਕੀਤਾ, ਤੇ ਕੱਪੜੇ ਵੀ ਸਾਡੇ ਪੂਰੇ ਨਹੀਂ ਆਉਂਦੇ ਨਾ ਉਸ ਕਮਰੇ 'ਚ। ਸੋ ਇਹ ਕਿ ਅੰਦਰੋਂ ਅਹਿਸਾਸ ਹੁੰਦਾ ਵਾ ਜਾ ਕੇ ਕਿ ਬੰਦੇ ਨੂੰ ਥੋੜਾ ਬਹੁਤ ਜਿਹੜਾ ਵਾ ਆਪਣੀ ਪਰਸਨਲ ਲਾਈਫ ਵੱਲ ਵੀ ਧਿਆਨ ਦੇਣਾ ਚਾਹੀਦਾ। ਪਰ ਇਹ ਆ ਕਿ ਜਦੋਂ ਤੱਕ ਅਸੀਂ ਮਿੱਟੀ ਤੋਂ ਨਾਲ ਜੁੜੇ ਆ, ਸ਼ਾਇਦ ਇਹ ਵੀ ਉਹਦਾ ਇੱਕ ਰਾਜ਼ ਆ ਕਿ ਰੋਜ਼ ਮੇਰੇ 'ਚ ਇੰਨੀ એનર્ਜੀ ਹੁੰਦੀ। ਲੋਕ ਮੈਨੂੰ ਅਕਸਰ ਪੁੱਛਦੇ ਕਿ ਇੰਨੀ એનર્ਜੀ ਤੁਹਾਡੇ 'ਚ ਕਿਵੇਂ ਹੁੰਦੀ ਹੈ? ਜਦੋਂ ਰੋਜ਼ ਉਸੇ ਘਰ 'ਚੋਂ ਉੱਠ ਕੇ ਆਣਾ ਕਿ ਜਿੱਥੇ ਅਸੀਂ ਇੰਨੀ ਗਰੀਬੀ ਦੇਖੀ ਹੋਵੇ, ਤੇ ਫਿਰ ਅਸੀਂ ਜਿਹੜਾ ਵਾ ਸਾਡੇ 'ਚ ਜੋਸ਼ ਜਿਹੜਾ ਬਹੁਤ ਭਰ ਜਾਂਦਾ। ਬਾਕੀ ਮੈਂ ਸਾਰਾ ਹੀ ਜਿਹੜਾ ਸਿਹਰਾ ਵਾ ਉਹ ਆਪਣੇ ਮੰਮੀ ਪਾਪਾ ਨੂੰ ਦੇਵਾਂਗੀ। ਮੇਰੇ ਪੇਰੈਂਟਸ ਜਿਹੜੇ ਉਹ ਬਹੁਤ ਜ਼ਿਆਦਾ ਮਿਹਨਤੀ ਜਿਹੜਾ ਉਹ ਕਪਲ ਸੀ, ਤੇ ਬਹੁਤ ਹੀ ਜਿਹੜੇ ਆ ਉਹ ਮੈਨੂੰ ਖੁਸ਼ੀ ਹੁੰਦੀ ਕਿ ਅੱਜ ਮੈਂ ਹਰ ਚੀਜ਼ ਜਿਹੜੀ ਉਹਨਾਂ ਦੀ ਪੂਰੀ ਕਰ ਸਕਦੀ ਆ। ਪਰ ਉਹੀ ਕਿ ਜਦੋਂ ਬੱਚਾ ਇੱਕ ਗਰੋਥ ਦੀ ਸਿਚੁਏਸ਼ਨ 'ਚ ਚੱਲ ਜਾਂਦਾ ਨਾ ਕਿ ਉਹਨੇ ਹੁਣ ਤਰੱਕੀ ਕਰੀ ਜਾਣੀ ਆ, ਤੇ ਮਾਪਿਆਂ ਦੀ ਮਿਹਨਤ ਜਿਹੜੀ ਆ ਉਹ ਡਬਲ ਹੀ ਹੋਈ ਜਾ ਰਹੀ, ਆਰਾਮ ਨਹੀਂ ਹੈਗਾ ਜ਼ਿੰਦਗੀ 'ਚ। ਕਿਤੇ ਨਾ ਕਿਤੇ ਪੁਰਾਣਾ ਸਮਾਂ ਯਾਦ ਕਰਕੇ ਮਨ ਵੀ ਭਾਵਕ ਹੁੰਦਾ ਹੋਏਗਾ। ਹਾਂਜੀ ਹਾਂ, ਬਹੁਤ ਭਾਵੁਕ ਹੁੰਦਾ ਮੇਰਾ ਮਨ, ਕਿਉਂਕਿ ਮੈਂ ਅਕਸਰ ਬੱਸਾਂ 'ਚ ਹੀ ਸਫ਼ਰ ਕੀਤਾ, 7-8 ਸਾਲ ਬੱਸਾਂ 'ਚ ਸਫ਼ਰ ਕੀਤਾ, ਤੇ ਮੈਨੂੰ ਅੱਜ ਵੀ ਯਾਦ ਹੈ ਕਿ ਇੱਕ ਇਨਸੀਡੈਂਟ ਕਿ ਜਦੋਂ ਮੈਂ ਨਾਲ ਕੰਪਨੀ ਚਲਾ ਰਹੀ ਸੀ, ਤੇ ਵਿੱਚ ਕਦੀ ਬੱਸ 'ਚ ਵੀ ਮੈਂ ਚੱਲ ਜਾਣਾ, ਤੇ ਕੰਡਕਟਰ ਨੇ ਮੇਰੇ ਕੋਲ ਪੈਸੇ ਹੀ ਨਹੀਂ ਲੈਣੇ, ਤੇ ਕਈ ਵਾਰੀ ਇਦਾਂ ਹੁੰਦਾ ਸੀ ਕਿ ਨੋਟ ਫਟਿਆ ਹੋਣਾ ਤੇ ਕੰਡਕਟਰ ਨੇ ਝਿੜਕਾ ਮਾਰ ਕੇ ਥੱਲੇ ਲਾ ਦੇਣਾ ਕਿ ਤੁਹਾਡੇ ਕੋਲ ਤੇ ਪੈਸੇ ਨੋਟ ਫਟਿਆ ਤੁਹਾਡਾ, ਠੀਕ ਹੈ। ਸੋ ਤੇ ਨੋਟ ਫਟੇ ਤੇ ਸਾਡੇ ਕੋਲ ਦੂਜਾ ਨੋਟ ਵੀ ਨਹੀਂ ਹੈਗਾ ਉਸ ਟਾਈਮ, ਠੀਕ ਹੈ। ਸੋ ਪੁਰਾਣਾ ਸਮਾਂ ਦੇਖ ਕੇ ਕਿ ਜਿੱਥੇ ਅਸੀਂ ਰੋਜ਼ ਬੱਸ 'ਚ ਜਾ ਰਹੇ ਹਾਂ, ਤੇ ਅੱਜ ਸਾਡੇ ਕੋਲ ਵਹੀਕਲਸ ਨੇ, ਹਰ ਫੈਸਿਲਿਟੀ ਆ, ਡਰਾਈਵਰਸ ਨੇ, ਠੀਕ ਹੈ। ਅੱਜ ਹੁਣ ਉਸ ਸਮੇਂ ਅਸੀਂ ਦੇਖਦੇ ਸੀ ਕਿ ਸਾਡੇ ਕਲਾਸਮੇਟ ਕਾਰਾਂ ਤੇ ਆ ਰਹੇ ਨੇ, ਠੀਕ ਹੈ। ਅੱਜ ਅਸੀਂ ਜਿਹੜੀ ਕਾਰ ਸੋਚੀਏ ਅਸੀਂ ਲੈ ਸਕਦੇ ਹਾਂ, ਜਿਹੜਾ ਕੱਪੜਾ ਸੋਚੀਏ ਲੈ ਸਕਦੇ, ਜਿੱਥੇ ਖਾਣਾ ਚਾਹੁੰਦੇ ਖਾ ਸਕਦੇ, ਜਿੱਥੇ ਰਹਿਣਾ ਚਾਹੁੰਦੇ, ਜਿੱਥੇ ਘੁੰਮਣਾ ਚਾਹੁੰਦੇ, ਹਰ ਇੱਕ ਇੱਛਾ ਜਿਹੜੀ ਆ ਉਹ ਰੱਬ ਪੂਰੀ ਕਰ ਰਿਹਾ। ਪਰ ਇਹ ਆ ਕਿ ਮੇਰੀਆਂ ਇੱਛਾਵਾਂ ਵੀ ਬਹੁਤ ਘੱਟ ਨੇ ਆਪਣੇ ਆਪ ਦੇ ਵਿੱਚ। ਸੋ ਮੈਂ ਬਹੁਤ ਅਰਲੀ ਸਟੇਜ ਦੇ ਵਿੱਚ ਇੱਕ ਸੰਤੁਸ਼ਟ ਫੀਲ ਕਰਦੀ ਆ ਕਿ ਇਸ ਤੋਂ ਉੱਪਰ ਮੈਨੂੰ ਜਿਹੜਾ ਉਹ ਕੁਝ ਨਹੀਂ ਚਾਹੀਦਾ। ਮੈਂ ਜਿੱਥੇ ਖੜੀ ਆ ਇੱਥੇ ਵੀ ਆਪਣੇ ਆਪ ਨੂੰ ਬਹੁਤ ਅਮੀਰ ਮਹਿਸੂਸ ਕਰਦੀ। ਜਿਹੜਾ ਇੱਕ ਤੁਹਾਡੇ ਵੱਲੋਂ ਇਹ ਐਮਪਾਇਰ ਖੜਾ ਕੀਤਾ ਗਿਆ, ਕਾਫੀ ਔਂਕੜ ਆਈਆਂ ਹੋਣਗੀਆਂ, ਕਾਫੀ ਮੁਸ਼ਕਲ ਆਈਆਂ ਹੋਣਗੀਆਂ। ਜੇ ਗੱਲ ਕਰੀਏ ਕਿ ਨੈਟ ਦੀ ਉਹ ਸਮੱਸਿਆ ਵੀ ਵਾਧੂ ਆਈ ਹੋਏਗੀ, ਮਤਲਬ ਕੱਲੀ ਇਦਾਂ ਦੀ ਸਮੱਸਿਆ ਵੇਖਣ ਨੂੰ ਮਿਲੀਆਂ ਹੋਣ, ਕਿਉਂਕਿ ਅਕਸਰ ਵੇਖਣ ਨੂੰ ਮਿਲਦਾ ਜੋ ਇੰਨਾ ਪੈਸਾ ਲਗਾਉਂਦਾ ਉਹ ਸ਼ਹਿਰਾਂ ਦੇ ਵਿੱਚ ਲੋਕ ਹੱਸ ਕੇ ਲਗਾਉਂਦੇ ਨੇ, ਕਿਉਂਕਿ ਉਹਦਾ ਉਹਨਾਂ ਨੂੰ ਅੱਗੇ ਦੇਖਣ ਨੂੰ ਵੀ ਮਿਲਦਾ, ਔਰ ਜੋ ਪ੍ਰਾਪਤੀ ਵੀ ਜਿਹੜੀ ਆ ਉਹਨਾਂ ਨੂੰ ਹੁੰਦੀ ਆ ਪੈਸੇ ਵਜੋਂ ਵੀ। ਤੇ ਤੁਹਾਨੂੰ ਕਿਵੇਂ ਦਾ ਲੱਗਦਾ, ਕਿੰਨੀਆਂ ਔਂਕੜਾਂ ਆਈਆਂ ਸਾਡੇ ਨਾਲ, ਜਿਹੜਾ ਇਹ ਵੀ ਚੀਜ਼ ਉਹ ਸਾਂਝੀ ਕਰੋ। ਦੇਖੋ, ਏਅਰਟੈਲ ਵਾਸ ਦ ਫਰਸਟ ਕੰਪਨੀ, ਏਅਰਟੈਲ ਪਹਿਲੀ ਕੰਪਨੀ ਸੀ ਜਿਹੜੀ ਮੇਰੇ ਪਿੰਡ ਵਿੱਚ ਲੀਜ਼ ਲਾਈਨ ਲੈ ਕੇ ਆਈ। ਸੋ ਜਦੋਂ ਮੈਂ ਪਹਿਲੀ ਵਾਰੀ ਇੱਥੇ ਲੀਜ਼ ਲਾਈਨ ਲਵਾਣੀ ਸੀ ਤੇ ਕੋਈ ਕੰਪਨੀ ਸੀਰੀਅਸਲੀ ਲੈ ਹੀ ਨਹੀਂ ਰਹੀ ਸੀ, ਠੀਕ ਹੈ। 2 Mbps ਅਸੀਂ ਸਪੀਡ ਲਵਾਈ ਸੀ ਪਹਿਲੀ ਵਾਰ, ਤੇ ਅੱਜ 100 ਆ ਸਾਡੇ ਕੋਲ, ਠੀਕ ਹੈ। ਸੋ ਉਦੋਂ ਸਾਨੂੰ ਕੋਈ ਮਤਲਬ ਕੰਸੀਡਰ ਵੀ ਨਹੀਂ ਕਰ ਰਿਹਾ ਸੀ। ਅੱਜ ਵੀ ਕਈ ਵਾਰੀ, ਕੱਲ ਹੀ ਇੱਕ ਕ੍ਰੈਡਿਟ ਕਾਰਡ ਲਈ ਮੈਡਮ ਆਏ ਤੇ ਉਹ ਕਹਿੰਦੇ ਕਿ ਮੇਰਾ ਸਾਰਾ ਸਟਾਫ ਕਹਿੰਦਾ ਕਿ ਇੰਨੀ ਦੂਰ ਨਹੀਂ ਅਸੀਂ ਜਾਣਾ, ਠੀਕ ਹੈ ਨਾ। ਪਰ ਦੇਖੋ ਕਿ ਅਸੀਂ ਇੰਨਾ ਅੱਛਾ ਕੰਮ ਕਰ ਰਹੇ ਕਿ ਅੱਜ ਅਸੀਂ ਖਿੱਚ ਦਾ ਇੱਕ ਕੇਂਦਰ ਬਣੇ ਹੋਏ ਆ। ਤੁਸੀਂ ਵੀ ਅੱਜ ਇੱਥੇ ਆਏ ਹੋ ਕਿ ਸਾਡੇ 'ਚ ਹੁਣ ਇੰਨਾ ਪੁੱਲ ਫੈਕਟਰ ਹੈ ਕਿ ਅਸੀਂ ਅੱਛਾ ਕੰਮ ਕਰ ਰਹੇ ਹਾਂ, ਤੇ ਲੋਕ ਸਾਡੇ ਕੰਮ ਕਰਕੇ ਜਿਹੜੇ ਆ ਸਾਡੇ ਕੋਲ ਜਿਹੜੇ ਆ ਪਹੁੰਚ ਰਹੇ ਨੇ, ਸਾਨੂੰ ਬੜੀ ਖੁਸ਼ੀ ਹੁੰਦੀ। ਸੋ ਇੰਟਰਨੈਟ ਜਿਹੜੀ ਆ, ਤੁਹਾਨੂੰ ਮੈਂ ਦੱਸਿਆ ਕਿ ਏਅਰਟੈਲ ਦੇ ਮੈਨੂੰ ਇੰਡੀਆ ਹੈਡ ਨੂੰ ਤੱਕ ਨੂੰ ਈਮੇਲ ਕਰਨਾ ਪਿਆ ਆਪਣੇ ਪਿੰਡ ਵਿੱਚ ਇੰਟਰਨੈਟ ਲਿਆਉਣ ਲਈ, ਆਪਣੇ ਪਿੰਡ ਵਿੱਚ ਕੋਰੀਅਰ ਸਰਵਿਸ ਲੈ ਕੇ ਆਉਣ ਵਾਸਤੇ,
ਠੀਕ ਹੈ। ਇੱਥੇ ਹਰ ਤਰ੍ਹਾਂ ਦਾ ਵੈਂਡਰ ਦਾ ਟਾਈ ਅਪ ਕਰਨ ਲਈ ਹਰ ਤਰ੍ਹਾਂ ਦੀ ਚੀਜ਼ ਇੱਥੇ ਬੱਚਿਆਂ ਨੂੰ ਅੱਛੇ ਬੱਚਿਆਂ ਨੂੰ ਲੈ ਕੇ ਆਣਾ ਵੀ ਇੱਕ ਕਨਵਿੰਸਿੰਗ ਜਿਹੜੀ ਪਾਵਰ ਹੈਗੀ। ਬਟ ਥੈਂਕ ਯੂ ਸੋਸ਼ਲ ਮੀਡੀਆ ਨੂੰ, ਲੋਕ ਮੈਨੂੰ ਬਹੁਤ ਪਿਆਰ ਕਰਦੇ ਆ ਤੇ ਇੱਥੇ ਜਿਹੜੇ ਮੈਕਸਿਮਮ ਬੱਚੇ ਆ ਉਹ ਉਹੀ ਆ ਜਿਹੜੇ ਮੈਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਦੇ। ਮੈਂ ਤੇ ਕੱਲ ਹੀ ਮੈਨੂੰ ਮਤਲਬ ਕਿ ਇੱਕ ਅੱਜ ਨਿਊ ਸਰ ਨੇ ਸਾਨੂੰ ਜੁਆਇਨ ਕੀਤਾ ਹੈ, ਉਹ ਵੀ ਸਾਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਦੇ। ਮੇਰੇ ਕਈ ਸੀਨੀਅਰ ਮੈਨੇਜਰ ਆ ਜਿਨ੍ਹਾਂ ਨੇ ਮੇਰੀ ਸਟੋਰੀ ਵੇਖ ਕੇ ਉਹ ਇੱਥੇ ਜਿਹੜਾ ਵਾ ਉਹ ਕੰਮ ਕਰਨਾ ਚਾਹੁੰਦੇ ਨੇ। ਹੁਣ ਤੱਕ ਕਿੰਨੇ ਜੋ ਆਪਾਂ ਕਹਿ ਸਕਦੇ ਕਿ ਸਟੂਡੈਂਟਸ ਤੁਹਾਡੇ ਕੋਲ ਇੱਥੇ ਆਏ ਨੇ ਜਾਂ ਆ ਚੁੱਕੇ ਨੇ, ਕਿੰਨੇ ਬੱਚੇ ਇੱਥੇ ਹੈਗੇ ਨੇ? ਹਾਂ, ਸਾਡੇ ਕੋਲ 130 ਦਾ ਸਟਾਫ ਆ, ਠੀਕ ਹੈ। ਤੇ ਅਦਰਵਾਈਜ਼ ਸਾਡਾ ਇੱਕ ਇੰਸਟੀਚਿਊਟ ਵੀ ਹੈ ਜਿੱਥੇ ਬੱਚੇ ਕੰਪਿਊਟਰ ਲੈਂਗੁਏਜ ਸਿੱਖਣ ਆਉਂਦੇ ਨੇ। ਅਸੀਂ ਪ੍ਰੋਪਰ ਕੰਪਿਊਟਰ ਕੋਰਸਿਸ ਕਰਾਉਂਦੇ ਆ। ਲਾਸਟ ਈਅਰ ਆਲਮੋਸਟ 14 ਬੱਚੇ ਸੀ ਜਿਨ੍ਹਾਂ ਨੂੰ ਅਸੀਂ ਐਜ਼ ਏ EMPLOYE ਵੀ ਲਿਆ ਆਪਣੀ ਕੰਪਨੀ ਦੇ ਵਿੱਚ, ਤੇ ਨਾਲ ਉਹਨਾਂ ਨੂੰ ਦੂਸਰੀਆਂ ਕੰਪਨੀਆਂ 'ਚ ਪਲੇਸਮੈਂਟ ਕਰਨ 'ਚ ਉਹਨਾਂ ਦੀ ਹੈਲਪ ਵੀ ਕਰਦੇ ਆ। ਪਰ ਭਾਵੇਂ ਅਸੀਂ 100 ਬੱਚਾ ਸਾਲ ਦਾ ਪੜ੍ਹਾਉਂਦੇ ਹਾਂ, 14 ਹੀ ਬੱਚੇ ਅਸੀਂ ਲਏ ਕਿਉਂਕਿ ਅਸੀਂ ਖੁਦ ਫਿਲਟਰ ਬਹੁਤ ਸਟ੍ਰਿਕਟ ਲਗਾਇਆ ਹੋਇਆ, ਕਿਉਂਕਿ ਅਸੀਂ ਕੁਆਲਿਟੀ ਕੰਮ ਦੇਣਾ ਚਾਹੁੰਦੇ ਹਾਂ। ਅਸੀਂ ਕੈਨੇਡਾ, US, ਆਸਟ੍ਰੇਲੀਆ ਨੂੰ ਇਹ ਨਹੀਂ ਦੱਸਣਾ ਚਾਹੁੰਦੇ ਕਿ ਸਾਨੂੰ ਇੱਥੇ ਇੰਗਲਿਸ਼ ਨਹੀਂ ਆਉਂਦੀ, ਸਾਡਾ ਗ੍ਰਾਫਿਕਸ ਦਾ ਉਹ ਵਾਲਾ ਲੈਵਲ ਨਹੀਂ ਆ, ਠੀਕ ਹੈ। ਸੋ ਅਸੀਂ ਕੁਆਲਿਟੀ ਸਰਵਿਸ ਦੇਣਾ ਚਾਹੁੰਦੇ, ਇਸ ਕਰਕੇ ਜਿਹੜਾ ਬੱਚਾ ਵਾ ਭਾਵੇਂ ਉਹ ਪਿੰਡ ਦਾ ਵਾ ਉਹਦੇ ਤੇ ਤਰਸ ਨਹੀਂ ਕੀਤਾ ਜਾਏਗਾ, ਉਹਨੂੰ ਵੀ ਮਿਹਨਤ ਕਰਨੀ ਪਏਗੀ, ਉਹ ਤਾਂ ਹੀ ਇੱਥੇ ਬੈਠ ਸਕੇਗਾ। ਜੇ ਗੱਲ ਕਰੀਏ ਕੀ ਫੈਸਿਲਿਟੀਆਂ ਜੋ ਹੈ ਇਹਨਾਂ ਬੱਚਿਆਂ ਨੂੰ ਤੁਹਾਡੇ ਵੱਲੋਂ ਹੁਣ ਤੱਕ ਦਿੱਤੀ ਜਾ ਚੁੱਕੀ ਹੈ ਜਾਂ ਦੇ ਵੀ ਰਹੇ ਹੋ? ਹਾਂਜੀ, ਸੋ ਇੱਥੇ ਕੰਪਨੀ ਦਾ ਕਲਚਰ ਬਹੁਤ ਡਿਫਰੈਂਟ ਆ। ਅਸੀਂ ਇੱਥੇ ਆਲਮੋਸਟ 8 ਤੋਂ 10 ਕਲੱਬਸ ਬਣਾਏ ਹੋਏ ਨੇ। ਇੱਥੇ ਐਂਟਰਟੇਨਮੈਂਟ ਕਲੱਬ ਆ, ਸਾਡਾ ਲਿਟਰੇਰੀ ਕਲੱਬ ਆ, ਸਪੋਰਟਸ ਕਲੱਬ ਆ, ਟੂਰਸ ਐਂਡ ਟ੍ਰਿਪਸ ਕਲੱਬ ਆ, ਕਿ ਸਾਡੇ ਬੱਚੇ ਜਿਹੜੇ ਆ ਉਹ ਸਾਰੇ ਮਹੀਨੇ ਕੋਈ ਨਾ ਕੋਈ ਐਕਟੀਵਿਟੀਜ਼ ਜਿਹੜੀਆਂ ਕਰਦੇ ਰਹਿੰਦੇ ਨੇ। 8-10 ਇੱਥੇ ਇਵੈਂਟ ਹੁੰਦੇ ਨੇ ਕਿਉਂਕਿ ਇੱਥੇ ਕੋਈ ਮਾਲ ਨਹੀਂ ਆ ਲਾਗੇ, ਇੱਥੇ ਕੋਈ ਜ਼ੋਮੈਟੋ ਸਵਿਗੀ ਨਹੀਂ ਆ ਰਿਹਾ, ਰਾਈਟ। ਬੱਚੇ ਜਿਹੜੇ ਆ ਉਹ ਆਪਣੇ ਫਰੈਂਡਸ ਨਾਲ ਜਿਹੜਾ ਇੰਜੋਏ ਵੀ ਕਰਨਾ ਚਾਹੁੰਦੇ। ਸੋ ਅਸੀਂ ਬੱਚਿਆਂ ਵਾਸਤੇ ਇੱਥੇ ਮਾਹੌਲ ਜਿਹੜਾ ਉਹ ਬਹੁਤ ਅੱਛਾ ਰੱਖਿਆ। ਮੈਂ ਵੀ ਬਹੁਤ ਸਟ੍ਰਿਕਟਲੀ ਨਹੀਂ ਦੇਖਦੀ, ਹਾਲਾਂਕਿ ਮੈਂ ਓਨਰ ਆ ਕੰਪਨੀ ਦੀ, ਸੀਨੀਅਰ ਆ, ਮੈਂ ਕੱਲੇ ਬੱਚੇ ਨੂੰ ਪੁੱਛ ਸਕਦੀ ਆ, ਉਹਨੂੰ ਕਹਿ ਸਕਦੀ ਆ, ਪਰ ਮੈਂ ਜਿਹੜਾ ਇਹਨਾਂ ਨੂੰ ਸਟ੍ਰਿਕਟ ਨਹੀਂ ਰੱਖਿਆ ਹੋਇਆ ਕਿ ਇਹਨਾਂ ਨੂੰ ਮੇਰਾ ਕੋਈ ਡਰ ਹੋਵੇ ਜਾਂ ਰੋਜ਼ ਹੀ ਇਹਨਾਂ ਦੇ ਸਿਰ ਤੇ ਖਲੋਤੇ। ਸੋ ਇਹਨਾਂ ਨੂੰ ਇੱਕ ਪੂਰਾ ਕ੍ਰੀਏਟਿਵਿਟੀ ਦਾ এনवायरमेंट ਦਿੱਤਾ ਗਿਆ ਕਿ ਤੁਸੀਂ ਖੁਦ ਜਿਹੜਾ ਵਾ ਉਹ ਜ਼ਿੰਮੇਵਾਰ ਬਣੋ। ਟਰਸਟ ਤੇ ਕੰਪਨੀ ਚੱਲ ਰਹੀ ਆ। ਹੁਣ ਬੱਚਾ ਅੱਗੋਂ ਨਾਈਸ ਆ ਕਿ ਨਹੀਂ ਉਹਦਾ ਮੈਨੂੰ ਨਹੀਂ ਪਤਾ, ਪਰ ਮੈਂ ਆਪਣੇ ਵੱਲੋਂ 100% ਟਰਸਟ ਕਰਕੇ ਇਹ ਕੰਪਨੀ ਨੂੰ ਚਲਾ ਰਹੀ ਹਾਂ ਕਿ ਜਿਹੜੇ ਲੋਕ ਵੀ ਇੰਨਾ ਕੰਮ ਕਰ ਰਹੇ ਆ ਉਹ ਜਿਹੜੇ ਆ ਉਹ ਵਧੀਆ ਹੀ ਹੈਗੇ ਨੇ। ਉਸ ਤੋਂ ਬਾਅਦ ਜਿਹੜੇ ਬੱਚੇ 5 ਸਾਲ ਕੰਪਲੀਟ ਕਰ ਲੈਂਦੇ ਨੇ ਉਹਨਾਂ ਲਈ ਇੱਥੇ ਹੈਲਥ ਇੰਸ਼ੋਰੈਂਸ ਆ, 10 ਲੱਖ ਦਾ ਉਹਨਾਂ ਲਈ ਇੰਸ਼ੋਰੈਂਸ ਕਵਰ ਆ, ਉਹਨਾਂ ਦੇ ਮੰਮੀ ਲਈ, ਉਹਨਾਂ ਦੇ ਪਾਪਾ ਲਈ, ਬ੍ਰਦਰ ਸਿਸਟਰ ਲਈ, ਉਹਨਾਂ ਦੇ ਹਸਬੈਂਡ ਵਾਈਫ ਬੱਚਿਆਂ ਤੱਕ ਲਈ, ਠੀਕ ਹੈ। ਸੋ ਫੁੱਲ ਫੈਮਿਲੀ ਜਿਹੜਾ ਉਹਦਾ ਬਲੱਡ ਰਿਲੇਸ਼ਨ ਆ ਤੇ ਜਾਂ ਉਹਦਾ ਸਪਾਊਸ ਤੇ ਉਹਦੇ ਬੱਚੇ ਨੇ, ਅਸੀਂ ਸਾਰਿਆਂ ਦਾ ਜਿਹੜਾ ਵਾ ਉਹ 10 ਲੱਖ ਦਾ ਜਿਹੜਾ ਗਰੁੱਪ ਇੰਸ਼ੋਰੈਂਸ ਕਰਾਇਆ। ਐਮਰਜੈਂਸੀ ਦੇ ਵਿੱਚ ਮੇਰੇ ਬੱਚਿਆਂ ਨੂੰ ਕੋਈ ਟੈਨਸ਼ਨ ਨਹੀਂ ਆ, ਉਹਨਾਂ ਨੂੰ ਪਤਾ ਹੈ ਕਿ ਸਾਨੂੰ ਜਿਹੜਾ ਵਾ ਉਹ 10 ਲੱਖ ਦਾ ਕਵਰੇਜ ਜਿਹੜਾ ਪਿੱਛੇ ਬੈਠਾ। ਉਸ ਤੋਂ ਬਾਅਦ ਵੀ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਕਿ ਕਦੀ ਤੁਹਾਨੂੰ ਇਸ ਤੋਂ ਵੱਧ ਵੀ ਲੋੜ ਪੈ ਜੇ ਤੇ ਕੰਪਨੀ ਜਿਹੜੀ ਆ ਉਹ ਕਦੀ ਪਿੱਛੇ ਨਹੀਂ ਹਟੇਗੀ। ਸੋ ਜਿਹੜਾ ਹੈਲਥ ਆ ਉਹਨੂੰ ਅਸੀਂ ਬੜਾ ਸਿਕਿਉਰ ਕਰਕੇ ਰੱਖਿਆ। ਅਸੀਂ ਲਾਇਲ EMPLOYEES ਦੀ ਬਹੁਤ ਕਦਰ ਕਰਦੇ ਆ। ਇਹ ਕੰਪਨੀ ਜਿਹੜੀ ਆ ਉਹ ਲਾਇਲ EMPLOYEES ਤੇ ਚੱਲ ਰਹੀ ਆ। ਇਸ ਕੰਪਨੀ 'ਚ ਬਹੁਤ ਸਾਰੇ ਮਨਦੀਪ ਕੌਰ ਟਾਂਗਰਾ ਹੈਗੀਆਂ। ਹੈਲਥ ਇੰਸ਼ੋਰੈਂਸ ਦੀ ਗੱਲ ਕੀਤੀ ਹੈ ਤੇ ਹੈਲਥ ਇੰਸ਼ੋਰੈਂਸ ਦੀ ਆਪਾਂ ਗੱਲ ਕਰ ਲਈਏ ਕਿ ਹੋਰ ਵੀ ਜੋ IT ਕੰਪਨੀਆਂ ਹੈਗੀਆਂ ਮਲਟੀਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਵੱਲੋਂ ਵੀ ਇਹ ਚੀਜ਼ ਦੀ ਫੈਸਿਲਿਟੀ ਦਿੱਤੀ ਜਾਂਦੀ ਹੈ? ਹੋਏਗੀ ਜ਼ਰੂਰ, ਪਰ ਜਿਸ ਲੈਵਲ ਤੇ ਅਸੀਂ ਫਾਦਰ ਨੂੰ ਕਵਰ ਕਰ ਰਹੇ ਹਾਂ, ਮਦਰ ਨੂੰ ਕਵਰ ਕਰ ਰਹੇ ਹਾਂ ਤੇ ਬ੍ਰਦਰ ਸਿਸਟਰ ਨੂੰ ਕਵਰ ਕਰਦੇ ਹਾਂ, ਸੋ ਉਸ ਲੈਵਲ ਦੀ ਜਿਹੜੀ ਇੰਸ਼ੋਰੈਂਸ ਕੋਈ ਕੰਪਨੀ ਆਈ ਡੋਂਟ ਥਿੰਕ ਸੋ ਕਿ ਉਹ ਕਰਾਉਂਦੀ ਹੈ, ਠੀਕ ਹੈ। ਸੋ ਮੇਰੇ ਆਪਣੇ ਇੰਸ਼ੋਰੈਂਸ ਵਾਲੇ ਨੇ ਮੈਨੂੰ ਦੱਸਿਆ ਜਿਨ੍ਹਾਂ ਦੇ ਥਰੂ ਮੈਂ ਕਰਾਈ ਆ ਕਿ ਦਿਸ ਇਜ਼ ਦ ਰੇਅਰ ਥਿੰਗ, ਮਤਲਬ ਕਿ ਇਹ ਪਹਿਲੀ ਵਾਰੀ ਅਸੀਂ ਦੇਖਿਆ ਕਿ ਕਿਸੇ ਨੇ ਤੁਹਾਡੇ ਮਤਲਬ ਕਿ EMPLOYEE ਦੇ ਭਰਾ ਦੀ ਵੀ ਇੰਸ਼ੋਰੈਂਸ ਕਰਾਈ ਹੋਈ ਆ, ਠੀਕ ਹੈ। EMPLOYEE ਦੇ ਮੰਮੀ ਪਾਪਾ ਜਿਨ੍ਹਾਂ ਦੀ ਏਜ 60 ਸਾਲ ਤੋਂ ਉੱਪਰ ਆ ਉਹਨਾਂ ਦੀ ਵੀ ਇੰਸ਼ੋਰੈਂਸ ਕਰਾਈ ਹੈ, ਠੀਕ ਹੈ। ਸੋ ਅਸੀਂ ਆਪ ਵੀ ਆਪਣੇ ਮੰਮੀ ਪਾਪਾ ਦੀ ਇੰਸ਼ੋਰੈਂਸ ਕਰਾਣੀ ਹੋਵੇ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੋਵੇ, ਤੁਸੀਂ ਆਪੇ ਦੇਖੋ ਕਿ ਕਿੰਨਾ। ਸੋ ਈਵਨ ਜਿਹੜਾ EMPLOYEE ਨੂੰ ਸਮਝੋ 3 ਲੱਖ ਤਨਖਾਹ ਮਿਲ ਰਹੀ ਆ, 4 ਲੱਖ ਮਿਲ ਰਹੀ ਆ, ਪਰ ਜੇ ਉਹਨੇ ਕੰਪਨੀ 'ਚ 5 ਸਾਲ ਲਗਾਏ ਆ, ਭਾਵੇਂ ਉਹ ਸਮਝੋ ਕਿ ਸਫਾਈ ਕਰਨ ਵਾਲਾ ਹੀ ਬੰਦਾ ਵਾ, ਤੇ ਉਹਦੇ ਪੂਰੇ ਪਰਿਵਾਰ ਦੀ ਇੰਸ਼ੋਰੈਂਸ ਜਿਹੜੀ ਅਸੀਂ ਕਰਾਉਂਦੇ ਤੇ ਹਰ ਸਾਲ ਬੱਚੇ ਜਿਹੜੇ ਉਹ ਕਲੇਮ ਵੀ ਲੈਂਦੇ ਉਹਦਾ। ਲਾਈਫ ਦਾ ਹੁਣ ਅਖੀਰ ਵਾਲਾ ਸਵਾਲ ਲਵਾਂਗੇ ਤੁਹਾਡੇ ਤੋਂ, ਲਾਈਫ ਦਾ ਗੋਲ ਕੀ ਹੈ ਤੁਹਾਡੇ? ਸੋ ਵਿਜ਼ਨ ਮੇਰਾ ਬਹੁਤ ਕਲੀਅਰ ਆ। ਅਸੀਂ ਵਾਈਟ ਕਾਲਰ ਜੌਬ ਜਨਰੇਟ ਕਰਨੀ ਆ ਪਿੰਡਾਂ ਦੇ ਵਿੱਚ। ਅਸੀਂ ਚਾਹੁੰਦੇ ਹਾਂ ਕਿ ਪਿੰਡਾਂ ਦੇ ਬੱਚਿਆਂ ਦੀ 30,000 ਤੋਂ ਲੱਖ ਤੱਕ ਸੈਲਰੀ ਹੋਵੇ। ਇਸੇ ਇੱਕ ਨੋਟ ਤੇ ਮੇਰੀ ਜਿਹੜੀ ਆ IT ਕੰਪਨੀਆਂ ਮੈਂ ਚਾਹੁੰਦੀ ਕਿ ਹਰ ਜ਼ਿਲ੍ਹੇ ਦੇ ਵਿੱਚ ਖੁੱਲਣ
ਤੇ ਸਿਰਫ ਆਈਟੀ ਨਹੀਂ ਹੋ ਸਕਦਾ ਕਿ ਮੈਂ ਕੋਈ ਹੋਰ ਬਿਜ਼ਨਸ ਵੀ ਨਾਲ ਜਿਹੜਾ ਵਾ ਡਿਜੀਟਲ ਮਾਰਕੀਟਿੰਗ ਹੋ ਗਈ, ਐਚਆਰ ਕੰਸਲਟੈਂਸੀ, ਸੋ ਕੰਪਨੀ ਕੋਈ ਵੀ ਹੋ ਸਕਦੀ ਆ ਮੇਰੀ ਕਿਸੇ ਵੀ ਜ਼ਿਲ੍ਹੇ ਦੇ ਵਿੱਚ, ਪਰ ਉਹ ਵਾਈਟ ਕਾਲਰ ਜੌਬ ਹੋਏਗੀ, ਉਹ ਇੱਕ ਅੱਛੀ ਤਨਖਾਹ ਦੇਗੀ ਉਸ ਇਲਾਕੇ ਨੂੰ। ਉਸ ਇਲਾਕੇ ਦੇ ਬੱਚੇ ਜਦੋਂ ਮੇਰੀ ਕੰਪਨੀ 'ਚ ਕੰਮ ਕਰਨਗੇ ਉਹਨਾਂ ਨੂੰ ਪਤਾ ਹੋਏਗਾ ਕਿ ਮੈਂ ਜੇ 10,000 ਤੋਂ ਸ਼ੁਰੂ ਕੀਤਾ ਤੇ ਮੈਂ 1 ਲੱਖ ਤੱਕ ਪਹੁੰਚ ਸਕਦਾ ਹਾਂ। ਅਸੀਂ ਬੱਚਿਆਂ ਦੇ ਅੱਜ ਵੀ ਮੈਂ ਮੀਟਿੰਗ ਕੀਤੀ ਸੀ, ਅਸੀਂ ਬਹੁਤ ਮਿਹਨਤ ਕਰਦੇ ਹਾਂ, ਬਹੁਤ ਮਿਹਨਤ ਕਰਾਂਗੇ ਤੇ ਕਰਦੇ ਰਵਾਂਗੇ। ਬੱਚੇ ਨੂੰ ਖੁਦ ਨਹੀਂ ਪਤਾ ਕਿ ਅਸੀਂ ਉਹਦੇ ਲਈ ਕਿੰਨਾ ਸੀਰੀਅਸ ਹਾਂ, ਕਿਉਂਕਿ ਅਸੀਂ ਆਪ ਐਗਜ਼ਾਮਪਲ ਬਣਾਉਣਾ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਕਿ ਇੰਨੇ ਬੱਚਿਆਂ ਨੂੰ ਅਸੀਂ 10,000 ਤੋਂ 50,000 ਤੇ ਇੰਨੇ ਬੱਚਿਆਂ ਨੂੰ ਅਸੀਂ 50,000 ਤੋਂ 1 ਲੱਖ ਤੇ ਲੈ ਕੇ ਆਏ ਹਾਂ। ਸੋ ਇਹ ਸਾਡੀ ਆਪਣੀ ਇੱਕ ਅਸੀਂ ਆਪਣੀ ਸੋਚ ਪੂਰੀ ਕਰ ਰਹੇ ਹਾਂ, ਜਿਹਦੇ ਨਾਲ ਨਾਲ ਬੱਚਿਆਂ ਦਾ ਵੀ ਭਲਾ ਹੋਏਗਾ। ਜੀ ਜੀ ਬਿਲਕੁਲ। ਜਿਵੇਂ ਤੁਸੀਂ ਦੇਖਿਆ ਐਸਨ ਮਨਦੀਪ ਕੌਰ ਟਾਂਗਰਾ ਤੇ ਆਪਾਂ ਉਹਦੇ ਨਾਲ ਨਾਲ ਉਹਨਾਂ ਦੇ ਨਾਲ ਹੀ ਆਪਾਂ ਤੁਹਾਨੂੰ ਇੱਕ ਵਾਰੀ ਇਹ ਤਸਵੀਰਾਂ ਸਾਂਝੀਆਂ ਕਰ ਦਈਏ ਕਿ ਜੋ ਇੱਥੇ ਬੱਚੇ ਤੁਸੀਂ ਵੇਖ ਸਕਦੇ ਜੇ ਕਿ ਆਈਟੀ ਕੰਪਨੀ ਦੇ ਵਿੱਚ ਜੋ ਆਪਣਾ ਕੰਮ ਕਰ ਰਹੇ ਨੇ, ਤੇ ਜੋ ਮਨਦੀਪ ਕੌਰ ਹੋਣਾ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਆ ਵੱਖ-ਵੱਖ ਪਿੰਡਾਂ ਜਾਂ ਸੂਬਿਆਂ ਦੇ ਵਿੱਚ ਵੀ ਜਿਹੜਾ ਆ ਆਪਣੀ ਇਸ ਕੰਪਨੀ ਨੂੰ ਵਾਧੇ ਦੇ ਵਿੱਚ ਜੋ ਆ ਵਾਧੇ ਰੂਪ ਦੇ ਵਿੱਚ ਲੈ ਕੇ ਜਾਇਆ ਜਾਏਗਾ। ਕੈਮਰਾਮੈਨ ਰਜਿੰਦਰ ਸਿੰਘ ਦੇ ਨਾਲ ਅਕਸ਼ਰ ਸੁਨਕ, ਜਗਬਾਨੀ ਟੀਵੀ, ਟਾਂਗਰਾ।